ਜਿਸਨੂੰ ਮਤਿ ਆਵੈ ਸੋ ਸਤਿਗੁਰ ਨਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੈ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਨਟ ਮਹੱਲਾ ਚੌਥਾ। ਰਾਮ ਹਰ ਅੰਮ੍ਰਿਤ ਸਰਨਾ ਵਾਰੇ। ਸਤਿਗੁਰ ਗਿਆਨ ਮਜਨ ਹੈ ਨੀਕੋ। ਮਿਲ ਕਲ ਮਲ ਪਾਪ ਉਤਾਰੇ। ਰਹਾਉ ਸੰਗਤ ਕਾ ਗੁਣ ਬਹੁਤ ਅਧਿਕਾਈ। ਪੜ ਸੁਆਗਨਕ ਉਦਾਰੇ। ਪਰਸਨ ਪਰਸ ਭੈ ਕਬ ਜਾਕੋ। ਲੈ ਬੇ ਕੁੰਠ ਸੁਧਾਰੇ। ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ। ਕਰ ਨਾਰਾਇਣ ਬੁਲਾਰੇ। ਮੇਰੇ ਠਾਕੁਰ ਕੈ ਮਨ ਪਾਏ ਪਾਵਣੀ। ਜਮ ਕੰਕਰ ਮਾਰ ਬਿਦਾਰੇ। ਮਾਨੁਖ ਕਥੈ ਕਥ ਲੋਕ ਸੁਣਾਵੈ। ਜੋ ਬੋਲੇ ਸੋ ਨ ਵਿਚਾਰੇ। ਸਤ ਸੰਗਤ ਮਿਲੈ ਤਾਂ ਦ੍ਰਿੜਤਾ ਆਵੈ। ਹਰ ਰਾਮ ਨਾਮ ਨਿਸਤਾਰੇ। ਜਬ ਲਗ ਜਿਉ ਪਿੰਡ ਹੈ ਸਾਬਤ। ਤਬ ਲਗ ਕਿਛ ਨ ਸਮਾਰੇ। ਜਬ ਘਰ ਮੰਦਰ ਆਗ ਲਗਾਨੀ। ਕੱਢ ਕੂਪ ਕੱਢੈ ਪਨਿਹਾਰੇ। ਸਾਕਤ ਸਿਉ ਮਨ ਮੇਲ ਨ ਕਰਿਓ। ਜਿਨ ਹਰ ਹਰ ਨਾਮ ਵਿਸਾਰੇ।
साकत बचन विशुआ ज्यों डसिय तज साकत परੈ परारे लग लग प्रीत बहु प्रीत लगाई लग साधु संग सवारे गुर के बचन सत सत कर माने मेरे ठाकुर बहुत प्यारे पूरब जन्म पर चून कमाए हर 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 नाम प्यारे गुर प्रसाद अमृत रस पाया रस गावे रस विचारे हर हर रूप रंग सब तेरे मेरे लालन लाल गुलारे जैसा रंग देह सो होवै क्या नानक जंत विचारे हर हर रूप रंग सब तेरे मेरे लालन लाल गुलारे जैसा रंग देह सो होवै क्या नानक जंत विचारे वाहिगुरु जी का खालसा वाहिगुरु जी की फतेह। इस पावन शब्द दी विचार ज्ञानी प्रतपाल सिंह जी हजूरी कथावाचक गुरुद्वारा दुख निवारण साहब पटियाला आप जी नूं सरवण करवाउणगे। 2 दिन का भाई साहब जी होरां दा साडे पास समा है, सो अज उन्हां दी विदायगी भी है। संगत वालों प्रबंधक सेवादारां वालों बहुत बहुत धन्यवाद। 7वें पातशाह गुरु हरराए साहब महाराज जी का ज्योति जोत समाउण दा गुरपुरब, 8वें पातशाह गुरु हरकृष्ण साहब महाराज जी का गुरता गद्दी गुरपुरब कल सोमवार 24 तरीक नूं है। बंदी छोड़ दिवस दीपावली का पुरब 30 अक्तूबर नूं है। धन श्री गुरु ग्रंथ साहब महाराज जी का गुरता गद्दी गुरपुरब 1 नवंबर नूं है। गुरु नानक देव महाराज जी का प्रकाश गुरपुरब 14 नवंबर नूं है। इस उपलक्ष्य विच जो नगर कीर्तन सजेगा वो 12 नवंबर नूं सजना है। सो इन्हां सारे समागमां विच सेवा करके हाजरियां भर के गुरु की बख्शिशां प्राप्त करनियां जी। वाहिगुरु जी का खालसा वाहिगुरु जी की फतेह। वाहिगुरु 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 जी। उर तार विचार मुरार रमो राम, मन मोहन नाम जपीने, अदृष्ट अगोचर अपरंपर स्वामी, गुरपुरै
ਪ੍ਰਗਟ ਕਰ ਦੀਨੇ। ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸਟ। ਹਰ ਸੰਗ ਹਰੀ ਸਤ ਸੰਗ ਭਏ। ਹਰ ਕੰਚਨ ਚੰਦਨ ਕੀਨੇ। ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸਟ। ਹਰ ਸੰਗ ਹਰੀ ਸਤ ਸੰਗ ਭਏ। ਹਰ ਕੰਚਨ ਚੰਦਨ ਕੀਨੇ। ਨਭ ਛੇ ਖਟ ਬੋਲਹਿ ਮੁਖ ਆਗਰ। ਮੇਰਾ ਹਰ ਪ੍ਰਭ ਏਵ ਨਾ ਪਤੀਨੇ। ਜਨ ਨਾਨਕ ਹਰ ਹਿਰਦੈ ਸਦ ਧਿਆਵੋ। ਇਉ ਹਰ ਪ੍ਰਭ ਮੇਰਾ ਭੀਨੇ। ਜਨ ਨਾਨਕ ਹਰ ਹਿਰਦੈ ਸਦ ਧਿਆਵੋ। ਇਉ ਹਰ ਪ੍ਰਭ ਮੇਰਾ ਭੀਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਅਸ਼ਟਮ ਬਲਵੀਰਾ ਸਤਿਗੁਰੂ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਐਸੇ ਗਰੀਬ ਨਵਾਜ ਸਤਿਗੁਰਾਂ ਦੇ ਪਵਿੱਤਰ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਪਾਵਨ ਦਰਬਾਰ ਅੰਦਰ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਸਤਿਗੁਰਾਂ ਦੀ ਦਇਆ ਮਿਆ ਸਦਕਾ ਪੂਰਬਲੇ ਜਨਮਾਂ ਦੇ ਕੀਤੇ ਕੋਈ ਚੰਗੇ ਕਰਮ ਅੰਕੁਰਿਤ ਹੋਏ ਹਨ, ਫਲੀਭੂਤ ਹੋਏ ਹਨ, ਜਿਸ ਦਾ ਫਲ ਸਵਰੂਪ ਸਤਿਗੁਰਾਂ ਦੀ ਸੰਗਤ ਕਰਨ ਦਾ, ਗੁਰਦੇਵ ਦੀ ਗੁਰਬਾਣੀ ਸੁਣਨ ਦਾ, ਪੜ੍ਹਨ ਦਾ, ਵਿਚਾਰਨ ਦਾ ਇਹੋ ਭਾਗ ਸੁਭਾਗ ਸਮਾਂ ਪ੍ਰਾਪਤ ਹੋਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਲੜੀਵਾਰ ਕਥਾ ਚੱਲ ਰਹੀ ਹੈ। ਗੁਰਬਾਣੀ ਦੀ ਵਿਚਾਰ ਤੋਂ ਬਿਨਾਂ ਜੀਵਨ ਜਾਚ ਨਹੀਂ ਆਉਂਦੀ। ਸਾਡਾ ਬੋਲਣਾ, ਸਾਡੀ ਕਰਨੀ, ਸਾਡਾ ਪਹਿਰਾਵਾ, ਸਾਡਾ ਖਾਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਹਦਾ ਗਿਆਨ, ਇਹਦਾ ਬੋਧ ਗੁਰਬਾਣੀ ਦੀ ਵਿਚਾਰ ਚੋਂ ਹੁੰਦਾ। ਇਸੇ ਕਰਕੇ ਗੁਰਦੇਵ ਨੇ ਇਹ ਬਚਨ ਕਹਿ ਕੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਡਿਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ ਵਿਚਾਰ। ਕਿ ਗੁਰਬਾਣੀ ਦੀ ਵਿਚਾਰ ਤੋਂ ਬਿਨਾਂ ਜੀਵਨ ਜਾਚ ਨਹੀਂ ਆਉਂਦੀ, ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਇਹਦਾ ਮਤਲਬ ਇਹ ਨਹੀਂ ਕਿ ਦਰਸ਼ਨ ਕਰਨ ਦਾ ਕੋਈ ਫਲ ਨਹੀਂ ਹੈ। ਉਹ ਪਹਿਲਾ ਪੜਾਅ ਹੈ ਕਿ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ, ਗੁਰਦੇਵ ਨੂੰ ਨਮਸਕਾਰ ਕਰਨੀ। ਉਹਦਾ ਮਹਾਤਮ ਵੀ ਆਪਣੀ ਥਾਂ ਤੇ ਹੈ। ਗੁਰਬਾਣੀ ਵਿੱਚ ਉਹਦਾ ਮਹਾਤਮ ਵੀ ਬਹੁਤ ਥਾਵਾਂ ਤੇ ਦਰਸਾਇਆ।
दर्शन देख जीवा गुर तेरा, पूर्ण कर्म होए प्रभ मेरा। पर उस तो अगला पड़ा गुरबाणी दी गुर शब्द दी विचार करनी है। सो सतगुरां दे पावन पवित्र स्वरूप दी लड़ीवार कथा चल रही है। आओ सारी संगत अपनियां सुरतियां बिरतियां चौथे पातशाह सोढ़ी सुल्तान सतगुरु धन गुरु रामदास जी महाराज जी के चरनां नाल जोड़ो। सतगुरां दा उचारण कीता होया पवित्र पावन शब्द है और इस पवित्र पावन अमृत बचन विच गुरुदेव ने सत संगत की महिमा कथन की है। सत संगत का गुण वर्णन किया है कि सत संगत का कितना लाभ है। रहतनामिਆਂ ਵਿੱਚ भी खालसे नूं सिख नूं हुक्म है कि गुरु का सिख 2 वक्त सतगुरां दे दर्शन करे और गुरु की संगत करे, सुबह और शाम दोनों वक्त। जे दोनों वक्त हाजरी ना भर सके तो घटो घट एक समय आके सतगुरां दे दर्शन करे और संगत विच बैठ के गुरबाणी सुने। सत संगत दी रंगत जिवें जिवें संगत करते चले जाने हिरदे नूं चढ़दी चली जाती है। भाई साहब भाई गुरदास जी ने सतसंगत दे परथाए बचन लिखे ने। वो कहते काहू जल पान किए रहत अरोग देही, काहू जल पान किए बिरथा बिललात है। ये कई उदाहरण देंदे ने। कई बार कई थावां दा पानी पी के दस्त लग जाते ने, पेचस लग जाते ने, हुंदा तां वो भी पानी है। और अनेकां थावां दा जो निर्मल ते स्वच्छ जल है उसनूं पी के शरीर दे रोग कट्टे जाते हैं, है तां वो भी जल। पर एक जल नूं पी के शरीर दे रोग कट्टे जाते हैं और एक जल नूं पी के शरीर दे विच रोग पैदा हो जाते हैं। कया दोनों नूं ही जल जाता है। उदाहरण देंदियां देंदियां अखीर दे विच आके कहंदे ने काहू की संगत मिल जीवन मुक्त होए, काहू की संगत मिल जामपुर जात है। किसे दी तां संगत कीतियां जीवन मुक्त अवस्था प्राप्त कर लैंदा, कई वो भी संगत जाती है। पर एक पुरुष वो ने जिन्हां दी संगत करके ये जीव जमपुरी नूं चलिया जांदा है, जम्मा दे वस पै जांदा है। कई वो भी संगत जाती है। फर्क इतना है कि जिहड़ी संगत विच जीवन मुक्ति की अवस्था प्राप्त हुंदी है उस संगत नूं कहंदे ने सत संगत। सत संगत, सत संगत का आखरी अर्थ करना होवे ते जिथे सतो गुण की अधक अंश होवे उहनूं सत संगत कहंदे हन। रजो ते तमो ते सतो 3 गुण ने। ज्यादा तौर ते साडे अंदर तमो गुण ते रजो गुण की बिरती छाई रहिंदी है। जदों मनुख क्रोधी हुंदा है, जदों मनुख दे हिरदे विच मोह की बिरती प्रबल हुंदी है, उस वक्त इस मनुख दे अंदर तमो गुण काम करता है। जदों मनुख दे अंदर काम की बिरती प्रज्वलित हुंदी है, हंकार की बिरती प्रज्वलित होंदी है, उस वक्त ये अंदर रजोगुण रागसी बिरती का जिहड़ा प्रतीक है वो बिरती पैदा होंदी, रजोगुण का प्रभाव होंदा है। पर जदों चंगे ख्याल उत्पन्न होण, चंगियां विचारां उत्पन्न होण, सत संगत विच शांत हो के बैठण की बिरती उत्पन्न होवे, उस वक्त ये अंदर सतो गुण का प्रभाव होंदा है। साडी जिहड़ी बुद्धि है ये सतोगुण की अंश तो बनी है, ये सतोगुण की अंश तो उत्पन्न हुई है।
सत संगत कहते ने जिथे सतो गुण का अधक निवास होवे, शांति ते टिका होवे, जिथे मन टिके होने चाहिए ने। शरीर कई बार टिक के बैठे होंदे ने पर मन टिकाव विच नहीं हुंदा। मन कई बारी अनक थावां ते भटकदा हुंदा, भरमदा हुंदा। सारा कीर्तन कीर्तनीय करके हाजरी भर के आसा जी दी वार दा कीर्तन करके चले जाते हैं। पता नहीं किस वेले कीर्तन हो गया, मन उत्थे है ही नहीं सी। कथा करन वाले कथा करके चले गए, शरीर करके बैठा सी, मन पता नहीं किते सी। की कहा गया कीर्तन विच, की कहा गया कथा विच, उत्थे मन हाजिर ही नहीं सी। क्योंकि केवल श्रवण नहीं सुनते, श्रवण तो जरिया है, सुनता तो अंदर बैठा मन है। चार प्रकार के स्रोतियां का विद्वान जना ने जिक्र किया है। उग्गू, जिसनों ऊंगे भी कह देंगे ने। दूसरे हुंदे ने खुग्गू, तीसरे हुंदे ने सुग्गू, ते चौथे हुंदे ने चुग्गू। उग्गू का मतलब हुंदा जिहड़े संगत विच बैठे ने शरीर करके, कीर्तन हो रहा है, कथा हो रही है, पर वो नींद दे झबके लै रहे हैं। नींद बस हो के सारा समा उत्थे बैठिया नींद च ही बतीत कर देते हैं। उन्होंने ऊंगे कहते हैं। बैठे तो हन सुनने वास्ते, पर नींद ने जोर पा लिया। एक विद्वान पुरुष किते विद्या दे प्रचार सहित बड़ियां डूंघियां भाव वालियां गल्लां सुना रहा है। स्टेज ते बैठा आले दुआले 5, 10, 15 जने सिर रख के लेट लख लेंदे ने ते सुनन लग पैंदे। उहने आख्या किन्ने प्यार नाल सुन रहे ने कि सिर ही स्टेज ते रख लेंदे ने। उन्हें होर रीझ रीझ के सुनाउणा, क्योंकि वक्ता हमेशा स्रोतियां दी ख्वाहिश वेख के बोलदा। जे स्रोतियां विच उत्साह होवे ते वक्ते नूं आपे चाओ जागदा सुणाउण दा। आकाश विच काले रंग दे बदलां नूं वेख के मोर पैलां पाउंदा है, बदल दिस जाण ते पैलां पाउंदा है। वक्ता भी फिर रीझ रीझ के सुणाउंदा है जे स्रोतियां विच चाओ होवे। उन्हें सुनाउणा, एक दिन 2 दिन बीत गए। तीसरे दिन उसे स्टेज के उत्ते सिर रखिया किसी व्यक्ति ने सुते पिया, नींद लगी, अख लगी, घराटे मारने शुरू कर दिते। उन्होंने पता लगा भी ये तो सौ रहा, मैं सुनता सी, वेखदा सी भी ये शायद सुन रहा है। उन्हें बड़े दुखी मन दे नाल कहा, हम रो रो के अपनी दास्तां बयान करते रहे, वो ऐसे कमदिल निकले कि नींद पूरी करके चल दी है। ये उन्हां स्रोतियां दा जिक्र है जिहड़े बैठे तां सुनन लई ने पर नींद पूरी हो रही है। दूसरे ने खुग्गू, कदे कदे अख खुल भी जाती है, अखां बंद ने, कदे कदे अख खुल भी जाती है ते होले जे खुंगारा मार दिंदा कि नाल दे बैठे नूं पता लगे भी सुता नहीं, जागदा है। होले जे खुंगारा कि नाल दे बैठे नूं पता लगे कि सुता नहीं, जाग रहा है। ये ने खुग्गू। तीसरे ने सुग्गू, जिहड़े सुनते हैं ध्यान दे नाल, पर जिन्ना सुनिया, जिन्नी देर तक सुनते रहे उतनी देर तक प्रभाव रहा। जदों उठ के चले फिर तिवें दे तिवें। चौथे ने चुग्गू, जे सुनते ने एक एक बचन दे विचों तात्पर्य निचोड़ते हैं। जिहड़े तीसरे सुग्गू ने वो कन्ना दे रस लई सुनते हैं, कन्ना दे रस लई। मेरे विद्या गुरु ने उदासी महापुरख ने उन्हां पासों कुछ वेदांत आदि के ग्रंथ पढ़े।
ਉਹਨਾਂ ਬੋਲਣਾ ਬੰਦ ਕਰ ਦਿੱਤਾ, ਕਥਾ ਕਰਨੀ ਬੰਦ ਕਰ ਦਿੱਤੀ ਹੈ। ਉਹ ਕਹਿੰਦੇ ਤਕਰੀਬਨ ਸੁਣਨ ਵਾਲਿਆਂ ਦਾ ਫੈਸ਼ਨ ਬਣ ਚੁੱਕਾ ਹੈ ਸੁਣਨਾ, ਤੇ ਬੋਲਣ ਵਾਲਿਆਂ ਦਾ ਪ੍ਰੋਫੈਸ਼ਨ ਬਣ ਚੁੱਕਾ ਹੈ। ਮੇਰਾ ਬੋਲਣਾ ਪ੍ਰੋਫੈਸ਼ਨ ਹੈ ਔਰ ਤੁਹਾਡਾ ਸੁਣਨਾ ਫੈਸ਼ਨ ਬਣ ਚੁੱਕਾ ਹੈ। ਕੇਵਲ ਕੰਨਾਂ ਦੇ ਰਸ ਲਈ ਸੁਣਨਾ, ਜੋ ਮੇਰੇ ਕੰਨਾਂ ਨੂੰ ਚੰਗਾ ਲੱਗੇ ਉਹ ਸੁਣਨਾ, ਤੇ ਫਿਰ ਇਹ ਫੈਸ਼ਨ ਹੀ ਹੈ ਨਾ। ਬੋਲਣ ਵਾਲੇ ਕੇਵਲ ਪ੍ਰੋਫੈਸ਼ਨ ਕਰਕੇ ਬੋਲ ਰਹੇ ਨੇ ਤੇ ਸੁਣਨ ਵਾਲੇ ਕੇਵਲ ਫੈਸ਼ਨ ਕਰਕੇ ਸੁਣ ਰਹੇ ਨੇ। ਪਰ ਚੌਥੇ ਸਰੋਤੇ ਜੋ ਸਿਰੇ ਦੇ ਹਨ, ਚੋਟੀ ਦੇ ਹਨ, ਉਹ ਸੁਣਦੇ ਨੇ ਇੱਕ ਇੱਕ ਬਚਨ ਨੂੰ। ਅਗਰ ਉਹਨਾਂ ਬਚਨਾਂ ਵਿੱਚ ਕੋਈ ਕੱਚ ਪਿੱਚ ਹੁੰਦੀ ਆ ਉਹਨੂੰ ਵੱਖਰਾ ਕਰ ਦਿੰਦੇ ਨੇ, ਜੋ ਸਾਰ ਵਸਤੂ ਹੁੰਦੀ ਆ ਉਹਨੂੰ ਆਪਣੇ ਹਿਰਦੇ 'ਚ ਗ੍ਰਹਿਣ ਕਰ ਲੈਂਦੇ ਨੇ। ਸਾਰ ਵਸਤੂ ਨੂੰ ਆਪਣੇ ਹਿਰਦੇ 'ਚ ਗ੍ਰਹਿਣ ਕਰ ਲੈਂਦੇ ਨੇ। ਉਹ ਸਤ ਸੰਗਤ ਵਿੱਚ ਜਦੋਂ ਬੈਠਣਾ ਹੈ, ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਭਗਤ ਰਵਿਦਾਸ ਜੀ ਦਾ ਬਚਨ ਹੈ। ਕਹਿੰਦੇ ਕਿਵੇਂ ਬੈਠਣਾ? ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ। ਮਦਪ ਮਖੀਰਾ, ਮਦਪ ਕਹਿੰਦੇ ਨੇ ਮਧੂ ਮੱਖੀ ਨੂੰ। ਕਦੇ ਇੱਕ ਛੱਤੇ ਤੇ ਮਧੂ ਮੱਖੀਆਂ ਨੂੰ ਬੈਠਿਆਂ ਵੇਖੋ, ਹਜ਼ਾਰਾਂ ਦੀ ਲੱਖਾਂ ਦੀ ਗਿਣਤੀ 'ਚ ਹੁੰਦੀਆਂ ਨੇ, ਐਨ ਸ਼ਾਂਤ ਹੋ ਕੇ ਆਪਣੇ ਉਸ ਮਖੀਰੇ ਦੇ ਉੱਤੇ ਰਸ ਲੈਂਦੀਆਂ, ਟਿਕ ਕੇ ਬੈਠੀਆਂ ਰਹਿੰਦੀਆਂ ਨੇ। ਕਹਿੰਦੇ ਹੇ ਭਾਈ, ਜਦੋਂ ਸਤ ਸੰਗਤ ਵਿੱਚ ਬੈਠਣਾ ਤਾਂ ਕੁਝ ਇਸੇ ਤਰੀਕੇ ਨਾਲ, ਇਸੇ ਪ੍ਰਕਾਰ ਨਾਲ। ਤੇ ਜਦੋਂ ਇਸ ਤਰੀਕੇ ਨਾਲ ਕੋਈ ਸਤ ਸੰਗਤ ਵਿੱਚ ਬੈਠ ਕੇ ਬਚਨ ਸੁਣਦਾ ਹੈ ਤਾਂ ਉਹ ਬਚਨ ਸਿੱਧੇ ਹਿਰਦੇ ਵਿੱਚ ਉਤਰਦੇ ਨੇ, ਹਿਰਦੇ ਦੇ ਘਰ ਵਿੱਚ ਆ ਕੇ ਵਸਦੇ ਨੇ। ਅੱਜ ਦਾ ਪਵਿੱਤਰ ਪਾਵਨ ਅੰਮ੍ਰਿਤ ਬਚਨ ਸਤਿਗੁਰੂ ਜੀ ਨੇ ਸਤ ਸੰਗਤ ਦੇ ਪ੍ਰਥਾਏ ਉਚਾਰਨ ਕੀਤਾ ਹੈ। ਆਓ ਸਾਰੀ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ। ਨੱਟ ਮਹੱਲਾ ਚੌਥਾ। ਰਾਮ ਹਰਿ ਅੰਮ੍ਰਿਤ ਸਰ ਨਾਵਾਰੇ। ਜੋ ਬਾਹਰ ਹੈ ਉਹ ਸਾਡੇ ਅੰਦਰ ਉਤਰਦਾ ਹੈ। ਵਸਤੂਆਂ ਬਾਹਰ ਨੇ ਪਰ ਉਹਦਾ ਗਿਆਨ ਸਾਡੇ ਅੰਦਰ ਉਤਪੰਨ ਹੁੰਦਾ ਹੈ। ਸਪੋਜ਼ ਕਰ ਲਓ ਕਿਸੇ ਮਨੁੱਖ ਨੇ ਕਦੇ ਕਿਤੇ ਸੱਪ ਨਹੀਂ ਵੇਖਿਆ, ਉਸ ਮਨੁੱਖ ਨੇ ਜਦੋਂ ਸੱਪ ਦਾ ਉਹਦੇ ਅੰਦਰ ਗਿਆਨ ਨਹੀਂ ਹੈ, ਉਦੋਂ ਸੱਪ ਬਾਰੇ ਕਿਹਾ ਵੀ ਜਾਏ ਤੇ ਉਹ ਜਾਣ ਨਹੀਂ ਸਕਦਾ। ਜਦੋਂ ਵੇਖ ਲੈਂਦਾ, ਵੇਖਣ ਤੋਂ ਬਾਅਦ ਬਾਹਰ ਜੋ ਵੇਖਿਆ ਉਹਦਾ ਗਿਆਨ ਹਿਰਦੇ 'ਚ ਉਤਪੰਨ ਹੋ ਜਾਂਦਾ ਹੈ। ਬਹੁਤਾ ਵਿਸਥਾਰ ਨਾ ਕਰਾਂ, ਇਤਨੀ ਗੱਲ ਸਮਝ ਲੈਣੀ ਕਿ ਜੋ ਬਾਹਰ ਵੇਖਦੇ ਹਾਂ ਉਹ ਵੇਖੀਆਂ ਹੋਈਆਂ ਚੀਜ਼ਾਂ ਦਾ ਗਿਆਨ ਸਾਡੇ ਅੰਦਰ ਉਤਰਦਾ ਹੈ। ਬਾਹਰੋਂ ਜੋ ਕੁਝ ਵੇਖਦੇ ਹਾਂ ਉਹ ਸਾਡੇ ਅੰਦਰ ਉਤਰਦਾ ਹੈ। ਈਵਨ ਇੱਥੋਂ ਤੱਕ ਬਾਹਰੋਂ ਇਸ ਰਸਨਾ ਦੁਆਰਾ ਨਾਮ ਜਪਣਾ ਸ਼ੁਰੂ ਕਰਦੇ ਹਾਂ ਔਰ ਰਸਨਾ ਦੁਆਰਾ ਜਪਦਿਆਂ ਜਪਦਿਆਂ ਇਹ ਨਾਮ ਅੰਦਰ ਹਿਰਦੇ ਵਿੱਚ ਉਤਰਦਾ ਹੈ। ਬਾਹਰੋਂ ਅਸੀਂ ਜੋ ਕੁਝ ਵੇਖਦੇ ਹਾਂ ਉਹ ਸਾਡੇ ਅੰਦਰ ਉਤਰਦਾ ਹੈ। ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਸਾਡੀ ਇਸ ਕਾਇਆ ਦੇ ਅੰਦਰ ਹੈ, ਇਸ ਸਰੀਰ ਦੇ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਇਸ ਸਰੀਰ ਦੇ ਵਿੱਚ ਪ੍ਰਮਾਤਮਾ ਦਾ ਅੰਮ੍ਰਿਤ ਨਾਮ ਹੈ। ਇਸ ਕਾਇਆ ਦੇ ਅੰਦਰ ਅੰਮ੍ਰਿਤ ਵਸਦਾ ਹੈ। ਜੇ ਕਾਇਆ ਦੇ ਅੰਦਰ ਪਹਿਲਾਂ ਹੀ ਅੰਮ੍ਰਿਤ ਭਰਿਆ ਹੋਇਆ ਤਾਂ ਫਿਰ ਕੀ ਲੋੜ ਪਈ ਪੰਜਾਂ ਪਿਆਰਿਆਂ ਕੋਲੋਂ ਖੰਡੇ ਦੀ ਪੌਲ ਛਕਣ ਦੀ। ਜੇ ਅੰਮ੍ਰਿਤ ਪਹਿਲਾਂ ਹੀ ਅੰਦਰ ਭਰਿਆ ਹੋਇਆ ਤਾਂ ਕੀ ਜ਼ਰੂਰਤ ਪਈ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਲੈਣ ਦੀ।
ਇਸ ਸਵਾਲ ਦਾ ਜਵਾਬ ਗੁਰਬਾਣੀ ਵਿੱਚ ਸਾਹਿਬ ਜੀ ਦਿੰਦੇ ਨੇ। ਕਹਿੰਦੇ ਕਿ ਧਰਤੀ ਦੇ ਉੱਤੇ ਪਾਣੀ ਵਰਸਦਾ ਹੈ, ਮੀਂਹ ਵਰਸਦਾ ਹੈ। ਹੁਣ ਇਹ ਦੱਸੋ ਬਈ ਕਿ ਧਰਤੀ ਦੇ ਉੱਤੇ ਪਾਣੀ ਵਰਸ ਰਿਹਾ, ਕਿ ਧਰਤੀ ਦੇ ਥੱਲੇ ਪਾਣੀ ਨਹੀਂ ਹੈ? ਉੱਪਰੋਂ ਪਾਣੀ ਦੇ ਵਰਸਣ ਦੀ ਕੀ ਲੋੜ ਹੈ ਜੇ ਧਰਤੀ ਵਿੱਚ ਥੱਲੇ ਪਹਿਲਾਂ ਪਾਣੀ ਮੌਜੂਦ ਹੈ? ਕੁਝ ਇਸੇ ਤਰੀਕੇ ਨਾਲ ਉਹ ਧਰਤੀ ਦਾ ਥੱਲੜਾ ਪਾਣੀ ਉੱਪਰ ਪ੍ਰਗਟ ਕਰਨ ਵਾਸਤੇ ਉਹ ਮੀਂਹ ਦੀਆਂ ਬੂੰਦਾਂ, ਮੀਂਹ ਦੀਆਂ ਕਣੀਆਂ ਧਰਤੀ ਤੇ ਪੈਂਦੀਆਂ ਹਨ। ਅੰਦਰਲੇ ਉਸ ਅੰਮ੍ਰਿਤ ਨਾਲ ਜੁੜਨ ਵਾਸਤੇ ਸਾਨੂੰ ਖੰਡੇ ਦੇ ਅੰਮ੍ਰਿਤ ਦੀ ਲੋੜ ਪੈਂਦੀ ਹੈ। ਜਦੋਂ ਉਹ ਅੰਮ੍ਰਿਤ ਸਾਡੇ ਅੰਦਰ ਉਤਰਦਾ ਹੈ ਤੇ ਅੰਦਰਲੇ ਉਸ ਅੰਮ੍ਰਿਤ ਦੇ ਨਾਲ ਸਾਡਾ ਜੋੜ ਹੁੰਦਾ ਹੈ, ਮਿਲਾਪ ਹੁੰਦਾ ਹੈ। ਅਧਿਆਤਮਿਕ ਪੱਖ, ਸਮਾਜਿਕ ਪੱਖ ਦੇ ਵਿੱਚ ਉਹੀ ਅੰਮ੍ਰਿਤ ਸਾਨੂੰ ਵੀਰ ਰਸ ਪ੍ਰਦਾਨ ਕਰਦਾ ਹੈ। ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਲੜਨ ਦੀ ਪ੍ਰੇਰਨਾ ਵੀ ਕਰਦਾ ਹੈ। ਪਰ ਅਧਿਆਤਮਿਕ ਪੱਖ ਤੇ ਉਹੀ ਅੰਮ੍ਰਿਤ ਸਾਨੂੰ ਆਪਣੇ ਉਸ ਅੰਦਰਲੇ ਅੰਮ੍ਰਿਤ ਨਾਲ ਜੋੜਦਾ ਹੈ। ਕੋਈ ਨਲ ਹੈ, ਬਹੁਤਾ ਲੰਮੇ ਸਮੇਂ ਤੱਕ ਉਸ ਨੂੰ ਨਾ ਗੇੜਿਆ ਜਾਵੇ, ਉਹਦਾ ਪਾਣੀ ਥੱਲੇ ਚਲਿਆ ਜਾਂਦਾ ਹੈ। ਉੱਤੋਂ ਪਾਣੀ ਪਾਣਾ ਪੈਂਦਾ ਤੇ ਉਹ ਥੱਲੜੇ ਪਾਣੀ ਨੂੰ ਉੱਪਰ ਕੱਢ ਕੇ ਲੈ ਆਉਂਦਾ ਹੈ। ਕੁਝ ਇਹੀ ਤਰੀਕਾ ਹੈ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨੇ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਅੰਮ੍ਰਿਤ ਦਾ ਤਾਲ, ਅੰਮ੍ਰਿਤ ਦਾ ਸਰੋਵਰ ਕਾਇਮ ਕੀਤਾ। ਉਸ ਅੰਮ੍ਰਿਤ ਦੇ ਸਰ ਨੂੰ, ਅੰਮ੍ਰਿਤ ਦੇ ਸਰੋਵਰ ਨੂੰ ਵੇਖ ਕੇ ਉਹਦੇ 'ਚ ਇਸ਼ਨਾਨ ਕਰਕੇ ਸਾਨੂੰ ਪ੍ਰੇਰਨਾ ਮਿਲਦੀ ਹੈ, ਸਿਖਾ ਕਿ ਜਿਵੇਂ ਬਾਹਰੀ ਤੌਰ ਤੇ ਇਸ ਪਵਿੱਤਰ ਪਾਵਨ ਅੰਮ੍ਰਿਤ ਤਾਲ ਵਿੱਚ ਇਸ਼ਨਾਨ ਕਰਕੇ ਤੂੰ ਗੁਰੂ ਰਾਮਦਾਸ ਸਾਹਿਬ ਨੂੰ ਚੇਤੇ ਕਰ ਰਿਹਾ ਹੈ, ਇਸੇ ਤਰ੍ਹਾਂ ਇਹੋ ਜਿਹਾ ਇੱਕ ਅੰਮ੍ਰਿਤ ਤਾਲ ਗੁਰੂ ਦਾ ਸ਼ਬਦ ਹੈ, ਸਤ ਸੰਗਤ ਹੈ, ਪਰਮੇਸ਼ਰ ਦਾ ਨਾਮ ਹੈ। ਉਸ ਅੰਮ੍ਰਿਤ ਦੇ ਤਾਲ ਵਿੱਚ ਵੀ ਇਸ਼ਨਾਨ ਕਰਨਾ ਹੈ। ਉਹ ਪ੍ਰੇਰਨਾ ਦੇ ਰਿਹਾ ਹੈ, ਉਹ ਸੰਕੇਤ ਦੇ ਰਿਹਾ ਹੈ। ਪਰ ਇਹਦਾ ਮਤਲਬ ਇਹ ਨਹੀਂ ਜੋ ਸੰਕੇਤ ਦੇ ਰਿਹਾ ਆਪਾਂ ਉਸ ਨੂੰ ਛੱਡ ਦੇਣਾ ਹੈ। ਜੋ ਸੰਕੇਤ ਦੇ ਰਿਹਾ ਉਹ ਵੀ ਸਾਡੇ ਵਾਸਤੇ ਮਹਾਨ ਸਰ ਹੈ। ਉਹਦੇ ਬਾਬਤ ਪੰਜਵੇਂ ਪਾਤਸ਼ਾਹ ਦੇ ਬਚਨ ਨੇ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇੱਥੇ ਸਤਿਗੁਰੂ ਜੀ ਜਿਸ ਅੰਮ੍ਰਿਤਸਰ ਦੀ ਗੱਲ ਕਰ ਰਹੇ ਨੇ, ਧੰਨ ਗੁਰੂ ਰਾਮਦਾਸ ਸਾਹਿਬ, ਇਹ ਅੰਮ੍ਰਿਤਸਰ ਗੁਰੂ ਖਾਲਸਾ ਜੀ ਨਾਮ ਦਾ ਅੰਮ੍ਰਿਤਸਰ ਹੈ। ਰਾਮ ਨੇ ਸਾਨੂੰ ਕਿਰਪਾ ਕਰਕੇ, ਦਇਆ ਕਰਕੇ ਨਾਮ ਦੇ ਅੰਮ੍ਰਿਤਸਰ ਵਿੱਚ ਨਾਵਾਰੇ ਇਸ਼ਨਾਨ ਕਰਵਾਇਆ ਹੈ। ਪਰ ਚੂੰਕਿ ਸ਼ਬਦ ਅੱਗੇ ਸਤ ਸੰਗਤ ਦੀ ਮਹਿਮਾ ਪ੍ਰਥਾਏ ਚੱਲ ਰਿਹਾ, ਇਸ ਕਰਕੇ ਅਰਥ ਲਾਗੂ ਹੋਵੇਗਾ ਅੰਮ੍ਰਿਤਸਰ ਦਾ ਕਿ ਸਤ ਸੰਗਤ ਰੂਪੀ ਅੰਮ੍ਰਿਤ ਸਰੋਵਰ ਵਿੱਚ ਰਾਮ ਨੇ ਕਿਰਪਾ ਕਰਕੇ ਸਾਨੂੰ ਇਸ਼ਨਾਨ ਕਰਵਾਇਆ। ਸਤ ਸੰਗਤ ਰੂਪੀ ਅੰਮ੍ਰਿਤਸਰ, ਅੱਜ ਸਥਾਨ ਤੇ ਤੁਸੀਂ ਬੈਠੇ ਹੋ, ਇਹ ਸਾਧ ਸੰਗਤ ਅੰਮ੍ਰਿਤਸਰ ਹੈ, ਅੰਮ੍ਰਿਤ ਦਾ ਤਾਲ ਹੈ। ਮਹਾਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸਿੱਖ ਪੰਥ ਦੇ ਮਹਾਨ ਵਿਦਵਾਨ ਨੇ, ਉਹਨਾਂ ਦਾ ਇੱਕ ਬੜਾ ਸੁੰਦਰ ਕਥਨ ਹੈ। ਉਹ ਕਹਿੰਦੇ, ਭਾਈ ਗੁਰਮੁਖੋ, ਸਤ ਸੰਗਤ ਘਾਟ ਹੈ। ਜਿਵੇਂ ਪੁਰਾਣੇ ਸਮਿਆਂ ਵਿੱਚ ਨਦੀਆਂ, ਸਰੋਵਰਾਂ ਦੇ, ਤਲਾਬਾਂ ਦੇ ਕੰਢਿਆਂ ਤੇ ਘਾਟ ਹੁੰਦੇ ਸਨ, ਉਹਨਾਂ ਘਾਟਾਂ ਤੇ ਲੋਕ ਕੱਪੜੇ ਧੋਣ ਲਈ ਜਾਇਆ ਕਰਦੇ ਸੀ। ਕਹਿੰਦੇ ਸਤ ਸੰਗਤ ਘਾਟ ਹੈ, ਔਰ ਸਾਡਾ ਜਿਹੜਾ ਮਨ ਹੈ, ਸਾਡੀ ਜਿਹੜੀ ਮੱਤ ਹੈ, ਇਹ ਕੱਪੜਾ ਹੈ। ਔਰ ਇਹ ਸਾਡਾ ਮਨ ਤੇ ਸਾਡੀ ਜਿਹੜੀ ਮੱਤ ਕੱਪੜੇ ਦੇ ਸਮਾਨ ਹੈ, ਇਹ ਮਲੀਨ ਹੈ। ਇਸ ਨੂੰ ਸਤ ਸੰਗਤ ਰੂਪੀ ਘਾਟ ਤੇ ਆ ਕੇ ਧੋਣਾ। ਹੁਣ ਪੁੱਛਿਆ ਜੀ, ਸਤ ਸੰਗਤ ਰੂਪੀ ਘਾਟ ਵਿੱਚ ਪਾਣੀ ਕਿਹੜਾ ਹੈ, ਜਲ ਕਿਹੜਾ ਹੈ? ਪ੍ਰਤੱਖ ਘਾਟਾਂ ਦੇ ਵਿੱਚ ਤਾਂ ਜਲ ਭਰਿਆ ਹੁੰਦਾ, ਸਤ ਸੰਗਤ ਰੂਪੀ ਘਾਟ ਵਿੱਚ ਕਿਹੜਾ ਜਲ ਹੈ? ਤਾਂ ਕਹਿੰਦੇ ਜੀ, ਸਤ ਸੰਗਤ ਰੂਪੀ ਘਾਟ ਵਿੱਚ ਨਾਮ ਰੂਪੀ ਜਲ ਭਰਿਆ ਹੋਇਆ, ਨਾਮ ਰੂਪੀ ਜਲ। ਨਾਮ ਰੂਪੀ ਜਲ ਪਾਉਣ ਨਾਲ ਵੀ ਇਹ ਵਸਤਰ ਨਹੀਂ ਧੁੱਪਦਾ, ਸਾਫ਼ ਨਹੀਂ ਹੁੰਦਾ,
क्योंकि इतना मलीन है, कल्ले जल नाल नहीं धोता जाना, कल्ले जल नाल नहीं धोता जाना। कहते जिथे सत संगत विच नाम रूपी जल है, उथे इसे सत संगत रूपी घाट विचों जिथे नाम रूपी जल नाल अपने मन ते सुरत दे कपड़े नूं धोना, उथे नूं प्रेम रूपी साबण दी भी लोड़ है। नाम जपना पर नाल प्रेम भी होना चाहिए नाम प्रति। प्रेम रूपी साबण ला के नाम दा जल पा के फिर कपड़ा मलीन होवे उहनूं मुक्कियां मारियां जांदियां ने, विचों मैल निकल जाए। कहंदे शरधा ते निश्चे दियां मुक्कियां मार के इस मन ते बुद्ध रूपी कपड़े नूं धोना है। ऐसा इशनान गुरु की संगत विच हुंदा है। भरिया मत पापा कै संग, ओ धोपै नावै कै रंग। नाम दे रंग नाल सत संगत विच आके उस मत नूं धोता जांदा, निर्मल कीता जांदा है। कहंदे राम ने साडे ते दया कीती है, किरपा कीती है कि सानू इस अमृत सर विच, सत संगत रूपी अमृत सर विच नावारे इशनान करवाया है। सतगुर ज्ञान मज्जन है नीको, मिल कालमाल पाप उतारे। सतगुरां दा जो ज्ञान है असल विच यही सब तो वड्डा श्रेष्ठ मज्जन है। ये सब तो वड्डा मज्जन है, इशनान है। नीको दा मतलब हुंदा सुंदर, नीको दा मतलब हुंदा श्रेष्ठ। गुरु दे ज्ञान दा जिहड़ा इशनान है ये सब तो श्रेष्ठ है। ਇਹਦੇ ਵਿੱਚ ਅਸੀਂ ਆਪਣੀ ਸੁਰਤ ਦਾ ਇਸ਼ਨਾਨ ਕਰਾਉਣਾ, ਆਪਣੇ ਮਨ ਦਾ ਇਸ਼ਨਾਨ ਕਰਾਉਣਾ, ਤੇ ਇਸ਼ਨਾਨ ਕੀਤਿਆਂ ਜਿਵੇਂ ਸਰੀਰ ਦੀ ਮੈਲ ਨਿਵਰਤ ਹੁੰਦੀ ਹੈ, ਸਤਿਗੁਰਾਂ ਦੇ ਗਿਆਨ ਦੇ ਇਸ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਕਲਮਲ ਪਾਪ ਉਤਾਰੇ। ਹੁਣ ਕਲਮਲ ਦਾ ਅਰਥ ਵੀ ਪਾਪ ਹੀ ਹੈ। ਅੱਗੇ ਦੁਬਾਰਾ ਫਿਰ ਪਾਪ ਦਾ ਜ਼ਿਕਰ ਆ ਰਿਹਾ ਹੈ, 2 ਵਾਰੀ ਪਾਪ ਹੋ ਗਏ। ਤੇ ਮਹਾਂਪੁਰਸ਼ ਇਸ ਤਰ੍ਹਾਂ ਅਰਥ ਕਰਦੇ ਨੇ, ਕਲਮਲ ਦਾ ਅਰਥ ਹੈ ਵੱਡੇ ਪਾਪ, ਜਿਹੜੇ ਮਿੱਥ ਕੇ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਕਿਲਵਿਖ ਵੀ ਕਹਿੰਦੇ ਨੇ। ਕਿਲਵਿਖ ਮਿੱਥ ਕੇ ਕੀਤੇ ਹੋਏ, ਜਾਣ ਬੁੱਝ ਕੇ ਕੀਤੇ ਹੋਏ ਪਾਪ, ਉਹਨਾਂ ਨੂੰ ਕਹਿੰਦੇ ਕਲਮਲ। ਛੋਟੇ ਪਾਪ, ਛੋਟੇ ਪਾਪ ਤੋਂ ਭਾਵ ਕੁਝ ਮਿੱਥ ਕੇ ਕੀਤੇ ਜਾਂਦੇ ਨੇ, ਕੁਝ ਸੁਤੇ ਸਿੱਧ ਸੁਭਾਵਕ ਹੋ ਜਾਂਦੇ ਨੇ। ਅਸੀਂ ਕਰਨਾ ਨਹੀਂ ਚਾਹੁੰਦੇ ਪਰ ਬਦੋ-ਬਦੀ ਹੋ ਜਾਂਦੇ ਨੇ, ਉਹਨਾਂ ਨੂੰ ਪਾਪ ਕਹਿ ਦਿੰਦੇ ਨੇ। ਛੋਟੇ ਤਾਂ ਨਹੀਂ ਗਿਣੇ ਜਾਂਦੇ, ਪਾਪ ਦੀ ਮਿਕਦਾਰ ਪਾਪ ਹੀ ਰਹੇਗਾ। ਪਰ ਅਰਥ ਕਰਨ ਵਾਸਤੇ ਜਦੋਂ ਦੋਵੇਂ ਗੱਲਾਂ ਦਾ ਸੰਕੇਤ ਦੇਣ ਵਾਸਤੇ ਕਿ ਮਿੱਥ ਕੇ ਕੀਤਾ ਗਿਆ ਪਾਪ, ਜਾਣ ਬੁੱਝ ਕੇ ਕੀਤਾ ਗਿਆ ਪਾਪ, ਇੱਕ ਸੁੱਤੇ ਸਿੱਧ ਸੁਭਾਵਕ ਹੋ ਜਾਏ, ਇੱਕ ਜਾਣ ਬੁੱਝ ਕੇ ਬੰਦੇ ਦਾ ਕਤਲ ਕਰਨਾ ਹੈ, ਇੱਕ ਸੁਭਾਵਕ ਐਕਸੀਡੈਂਟ ਦੇ ਨਾਲ ਕੋਈ ਆਦਮੀ ਮਰ ਜਾਂਦਾ ਹੈ ਤਾਂ ਉਹ ਵੀ ਪਾਪ। ਜਦੋਂ ਸਤਿਗੁਰਾਂ ਦੇ ਗਿਆਨ ਦੇ ਸਰੋਵਰ ਵਿੱਚ ਇਸ਼ਨਾਨ ਕਰੀਦਾ ਹੈ ਤਾਂ ਮਹਾਰਾਜ ਜੀ ਕਹਿੰਦੇ ਇਹ ਸਾਰੇ ਪਾਪਾਂ ਦੀ ਮੈਲ ਉਤਰ ਜਾਂਦੀ ਹੈ। ਰਹਾਓ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਣਕ ਉਧਾਰੇ। ਕਹਿੰਦੇ ਹੈ ਭਾਈ ਸੰਗਤ ਦਾ ਗੁਣ ਬਹੁਤ ਵੱਡਾ ਹੈ, ਸੰਗਤ ਦੀ ਮਹਿਮਾ ਬੜੀ ਵੱਡੀ ਹੈ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਧਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਸਾਧ ਸੰਗਤ ਦੀ ਮਹਿਮਾ ਬੜੀ ਵੱਡੀ ਹੈ। ਕਹਿੰਦੇ ਵੇਖੋ ਗਣਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ 2 ਗਣਕਾਵਾਂ ਦਾ ਜ਼ਿਕਰ ਆਉਂਦਾ ਹੈ। ਇੱਕ ਗਣਕਾ ਜਿਹਦਾ ਨਾਮ ਗੁਰਬਾਣੀ ਵਿੱਚ ਪਿੰਗਲਾ ਆਉਂਦਾ ਹੈ, ਪਿੰਗਲਾ, ਇਹ ਵੀ ਗਣਕਾ ਸੀ। ਇਹ ਦੱਤਾਤਰੇय ਨੇ ਇਸ ਨੂੰ ਆਪਣਾ ਗੁਰੂ ਵੀ ਧਾਰਨ ਕੀਤਾ ਸੀ। ਸ੍ਰੀ ਦਸਮ ਗ੍ਰੰਥ ਸਾਹਿਬ 'ਚ 24 ਅਵਤਾਰਾਂ ਦੀ ਕਥਾ ਲਿਖਦਿਆਂ ਗੁਰੂ ਕਲਗੀਧਰ ਨੇ ਲਿਖਿਆ। ਹੁਣ ਉਹਦੀ ਸੰਪੂਰਨ ਵਿਆਖਿਆ ਦਸਮ ਗ੍ਰੰਥ ਸਾਹਿਬ 'ਚੋਂ ਮਿਲਦੀ ਹੈ। ਗੁਰਬਾਣੀ ਵਿੱਚ ਕੇਵਲ ਟੂਕ ਮਾਤਰ ਇੱਕ ਪੰਕਤੀ ਹੈ। ਇਹ ਜਿਹੜੀ ਪਿੰਗੁਲਾ ਸੀ
ਵਿਭਚਾਰ ਦੀ ਬਿਰਤੀ ਰੱਖ ਕੇ ਰਾਤ ਨੂੰ ਪਰ ਪੁਰਸ਼ ਦੀ ਉਡੀਕ ਕਰ ਰਹੀ ਹੈ। ਸਾਰੀ ਰਾਤ ਬੀਤ ਗਈ, ਕੋਈ ਪਰ ਪੁਰਸ਼ ਨਹੀਂ ਆਇਆ। ਸੁਬਹ ਅੰਮ੍ਰਿਤ ਵੇਲਾ ਹੋਇਆ ਤੇ ਮਨ ਦੇ ਵਿੱਚ ਇੱਕਦਮ ਪਛਤਾਵਾ ਹੋਇਆ, ਬਣਾ ਤੂੰ ਕਿਸ ਤਰ੍ਹਾਂ ਦਾ ਪਾਪ ਚਿਤਵ ਰਹੀ ਹੈ। ਜੇ ਤੂੰ ਇਹੀ ਸਮਾਂ ਪਰਮਾਤਮਾ ਦੀ ਯਾਦ ਵਿੱਚ ਬਤੀਤ ਕਰਦੀ ਤੇ ਤੇਰੀ ਜ਼ਿੰਦਗੀ ਸਫਲ ਹੋ ਜਾਂਦੀ। ਬਸ ਉੱਥੋਂ ਹੀ ਮੋੜ ਆਇਆ, ਉੱਥੋਂ ਹੀ ਮਨ ਨੂੰ ਪ੍ਰੇਰਣਾ ਮਿਲੀ ਤੇ ਪਰਮੇਸ਼ਰ ਦੀ ਆਰਾਧਨਾ ਵਿੱਚ ਲੱਗ ਗਈ, ਮੁਕਤ ਹੋ ਗਏ। ਦੂਸਰੀ ਗਨਕਾ ਇਹ ਹੈ ਜਿਹਦਾ ਜ਼ਿਕਰ ਇੱਥੇ ਗੁਰੂ ਰਾਮਦਾਸ ਸਾਹਿਬ ਕਰ ਰਹੇ ਨੇ। ਇਹ ਗਨਕਾ ਜਿਹਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਆਪਣੀਆਂ ਵਾਰਾਂ ਵਿੱਚ। ਵਿਭਚਾਰ ਦੀ ਬਿਰਤੀ ਹੈ ਸੁਭਾਵਕ। ਬਾਰਿਸ਼ ਦਾ ਮੌਸਮ ਹੈ, ਇੱਕ ਮਹਾਤਮਾ ਇੱਕ ਸੰਤ ਇਸ ਗਣਕਾ ਦੇ ਦਰਵਾਜ਼ੇ ਤੇ ਗਣਕਾ ਵਾੜੇ ਆਏ ਖਲੋਤਾ। ਇਹਦੇ ਕੋਲ ਆ ਗਏ, ਇਹਦੇ ਘਰ ਦੇ ਕੋਲ ਆ ਪਹੁੰਚੇ। ਰਾਤ ਆਪਣੇ ਮਹਿਲ ਵਿੱਚ, ਆਪਣੇ ਘਰ ਵਿੱਚ ਨਿਵਾਸ ਦਿੱਤਾ ਉਸ ਸੰਤ ਨੂੰ। ਸੰਤ ਦੇ ਮਨ ਵਿੱਚ ਕਰੁਣਾ ਆਈ, ਦਇਆ ਆਈ ਕਿ ਪਾਪਣ ਹੈ, ਇਹਦੀ ਮੁਕਤੀ ਹੋ ਜਾਏ। ਉਹਨਾਂ ਕੋਲ ਇੱਕ ਤੋਤਾ ਸੀ। ਇੱਥੇ ਜ਼ਿਕਰ ਆ ਰਿਹਾ ਸੂਆ। ਸੂਆ ਸ਼ਬਦ ਕਹਿੰਦੇ ਨੇ ਤੋਤੇ ਦਾ, ਤੋਤੇ ਨੂੰ ਸੂਆ ਕਹਿੰਦੇ ਨੇ। ਇੱਕ ਤੋਤਾ ਦੇ ਦਿੱਤਾ, ਗਣਕਾ ਨੂੰ ਆਖਿਆ ਇਹਨੂੰ ਨਾਮ ਜਪਾਇਆ ਕਰ। ਇਹਦੀ ਆਦਤ ਹੈ ਸਵੇਰੇ ਉੱਠ ਕੇ ਨਾਮ ਜਪਣਾ, ਪਰ ਜਪਦਾ ਤਾਂ ਹੈ ਜੇ ਕੋਈ ਕੋਲ ਬੈਠ ਕੇ ਜਪਾਵੇ। ਇਹਨੇ ਉਹ ਮਰਿਆਦਾ ਧਾਰਨ ਕਰ ਲਈ। ਨਾਮ ਜਪਾਉਂਦੀ ਹੈ ਉਸ ਤੋਤੇ ਨੂੰ। ਜਦੋਂ ਉਹਨੂੰ ਜਪਾਉਂਦੀ ਹੈ ਨਾਲ ਆਪ ਜਪਦੀ ਹੈ। ਜਪਦਿਆਂ ਜਪਦਿਆਂ ਸਹਿਜੇ ਸਹਿਜੇ ਦਿਨ ਬੀਤਦੇ ਗਏ, ਹਿਰਦੇ ਦੀ ਮੈਲ ਕੱਟਦੀ ਚਲੀ ਗਈ। ਉਸੇ ਤੋਤੇ ਨੂੰ ਨਾਮ ਜਪਾਉਂਦਿਆਂ ਜਪਾਉਂਦਿਆਂ ਇੱਕ ਦਿਨ ਐਸਾ ਆਇਆ ਕਿ ਸੁਬਹ ਅੰਮ੍ਰਿਤ ਵੇਲਾ ਸੀ, ਹਨੇਰਾ ਸੀ। ਤੋਤਾ ਜਿਸ ਪਿੰਜਰੇ 'ਚ ਸੀ ਉਹਦੇ ਵਿੱਚ ਸੱਪ ਆ ਪਹੁੰਚਿਆ। ਸੱਪ ਨੇ ਉਸ ਤੋਤੇ ਨੂੰ ਮਾਰ ਦਿੱਤਾ। ਇਹ ਆਈ ਤੋਤੇ ਨੂੰ ਨਾਮ ਜਪਾਉਣ ਵਾਸਤੇ ਬੋਲੀ, ਪਰ ਤੋਤਾ ਬੋਲਿਆ ਨਹੀਂ, ਹਨੇਰਾ ਸੀ। ਨੇ ਅੰਦਰ ਹੱਥ ਪਾਇਆ, ਸੱਪ ਨੇ ਡੱਗ ਮਾਰਿਆ। ਰਾਮ ਰਾਮ ਕਹਿੰਦਿਆਂ ਇਹਦੇ ਵੀ ਪ੍ਰਾਣ ਛੁੱਟ ਗਏ, ਪੂਰੇ ਮੁਕਤ ਹੋ ਗਏ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸੰਕੇਤ ਦਿੰਦਿਆਂ ਕਹਿੰਦੇ ਨੇ, ਪੜ੍ਹ ਸੂਆ ਗਨਕ ਉਧਾਰੇ। ਸੂਆ ਕਹਿੰਦੇ ਨੇ ਤੋਤੇ ਨੂੰ ਨਾਮ ਜਪਾਉਂਦਿਆਂ, ਉਹਦੀ ਸੰਗਤ ਕਰਦਿਆਂ ਕਰਦਿਆਂ ਉਹਨੂੰ ਨਾਮ ਜਪਾ ਰਹੀ ਸੀ, ਸੰਗਤ ਉਹਦੀ ਕਰ ਰਹੀ ਸੀ। ਔਰ ਸੰਗਤ ਕਰਦਿਆਂ ਕਰਦਿਆਂ, ਨਾਮ ਜਪਦਿਆਂ ਜਪਦਿਆਂ ਗਨਕਾ ਜੈਸੀ ਪਾਪਣ ਵੀ ਮੁਕਤ ਹੋ ਗਈ, ਉਹਦਾ ਵੀ ਉਧਾਰ ਹੋ ਗਿਆ। ਕਹਿੰਦੇ ਸੰਗਤ ਦਾ ਗੁਣ ਇਤਨਾ ਅਦਕ ਹੈ। ਫਿਰ ਅੱਗੇ ਕਹਿੰਦੇ ਨੇ, ਪਰਸ ਨ ਪਰਸ ਭਏ ਕੁਬਜਾ ਕੋ ਲੈ ਬੈਕੁੰਠ ਸਿਧਾਰੇ। ਕੁਬਜਾ ਭਗਤ ਨਾਮਦੇਵ ਜੀ ਵੀ ਇਹਦਾ ਜ਼ਿਕਰ ਕਰਦੇ ਨੇ। ਕੁਬਜਾ ਦਾ ਭਾਵ ਜਿਹੜੇ ਸਰੀਰ ਕਰਕੇ ਕੁੱਬੀ ਸੀ। ਭਗਵਾਨ ਕ੍ਰਿਸ਼ਨ ਦੇ ਸਮੇਂ ਦੁਆਪਰ ਯੁੱਗ ਵਿੱਚ ਕੰਸ ਦੀ ਨਗਰੀ ਵਿੱਚ ਰਹਿਣ ਵਾਲੀ ਕੁਬਜਾ, ਜੋ ਕੰਸ ਵਾਸਤੇ ਵਟਣਾ ਤਿਆਰ ਕਰਦੀ ਸੀ। ਸੁਗੰਧੀਆਂ ਪਾ ਕੇ, ਅਨੇਕ ਪ੍ਰਕਾਰ ਦੇ ਇਤਰ ਫੁਲੇਲ ਪਾ ਕੇ ਕੰਸ ਵਾਸਤੇ ਵਟਣਾ ਤਿਆਰ ਕਰਕੇ ਲੈ ਕੇ ਜਾਂਦੀ ਹੈ। ਇੱਕ ਦਿਨ ਵਟਣਾ ਤਿਆਰ ਕਰਕੇ ਲੈ ਆ ਰਹੀ ਹੈ, ਹੱਥ ਵਿੱਚ ਫੁੱਲਾਂ ਦੀ ਮਾਲਾ ਵੀ ਹੈ, ਤੇ ਰਸਤੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਮੇਲ ਹੁੰਦਾ ਹੈ। ਭਗਵਾਨ ਕ੍ਰਿਸ਼ਨ ਜੀ ਦਾ ਮੇਲ ਹੁੰਦਾ, ਉਹਨਾਂ ਨੂੰ ਵੇਖ ਕੇ ਉਹ ਵਟਣਾ ਉਹਨਾਂ ਨੂੰ ਭੇਟ ਕਰਦੀ ਹੈ। ਤੇ ਹੱਥਾਂ ਵਿੱਚ ਫੁੱਲਾਂ ਦੀ ਮਾਲਾ ਸੀ। ਆਖਿਆ, ਮਹਾਰਾਜ ਗਲ ਵਿੱਚ ਪਾਣਾ ਚਾਹੁੰਦੀ ਹਾਂ, ਪਰ ਸਰੀਰ ਕੁਬੜਾ ਹੈ, ਪਰ ਤੁਹਾਨੂੰ ਥੱਲੇ ਝੁਕਾਣਾ ਨਹੀਂ ਚਾਹੁੰਦੀ। ਹੱਥ ਉੱਪਰ ਤੱਕ ਨਹੀਂ ਪਹੁੰਚਦੇ, ਮੈਂ ਨਹੀਂ ਚਾਹੁੰਦੀ ਤੁਸੀਂ ਸਿਰ ਝੁਕਾਓ। ਚਰਨਾਂ ਤੇ ਮੱਥਾ ਟੇਕਿਆ, ਰੋ ਪਈ। ਤੇ ਭਗਵਾਨ ਕ੍ਰਿਸ਼ਨ ਜੀ ਨੇ ਇਹਦੇ ਪੈਰ ਤੇ ਆਪਣਾ ਅੰਗੂਠਾ ਰੱਖਿਆ। ਰਾਗ ਬਸੰਤ ਵਿੱਚ ਇਹਦਾ ਜ਼ਿਕਰ ਗੁਰਦੇਵ ਨੇ ਗੁਰਬਾਣੀ 'ਚ ਕੀਤਾ। ਕੁਬਜਾ ਉਧਰੀ ਅੰਗੁਸ਼ਟ ਧਾਰ। ਅੰਗੁਸ਼ਟ ਕਹਿੰਦੇ ਨੇ ਅੰਗੂਠੇ ਨੂੰ। ਆਪਣੇ ਪੈਰ ਦਾ ਅੰਗੂਠਾ ਇਹਦੇ ਪੈਰ ਤੇ ਰੱਖਿਆ, ਇਹਦੀ ਠੋਡੀ ਤੋਂ ਪਕੜਿਆ, ਉੱਪਰ ਨੂੰ ਝਟਕਾ ਮਾਰਿਆ ਤੇ ਕੁੱਬ ਕੱਢ ਦਿੱਤਾ।
ਹੁਣ ਇੱਥੇ ਕਹਿ ਰਹੇ ਨੇ ਉਸੇ ਸੰਕੇਤ ਦਾ ਜ਼ਿਕਰ ਹੋ ਰਿਹਾ ਹੈ, ਪਰਸ ਨ ਪਰਸ ਭਏ ਕੁਬਜਾ ਕੋ। ਜਦੋਂ ਕੁਬਜਾ ਨੇ ਭਗਵਾਨ ਦੇ ਚਰਨਾਂ ਨੂੰ ਪਰਸਿਆ, ਹਾਲਾਂਕਿ ਅਛੂ ਸੀ ਇਹਦੇ ਵਾਸਤੇ, ਪਰ ਇਹਨੇ ਪਰਸਿਆ ਤੇ ਉਹਨਾਂ ਨੂੰ ਮਿਲਦਿਆਂ ਸਾਰ ਇਹ ਬੈਕੁੰਠ ਦੀ ਵਾਸੀ ਹੋ ਗਈ, ਬੈਕੁੰਠ ਦੇ ਧਾਮ ਦੀ ਪ੍ਰਾਪਤੀ ਹੋ ਗਈ। ਫਿਰ ਅੱਗੇ ਉਦਾਹਰਣ ਦਿੰਦੇ ਨੇ, ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਾਰਾਇਣ ਬੋਲਾਰੇ। ਅਜਾਮਲ ਕਨੈਤ ਦੇਸ਼ ਦਾ ਰਹਿਣ ਵਾਲਾ ਇੱਕ ਬ੍ਰਾਹਮਣ, ਵੇਸ਼ਿਆਗਾਮੀ ਸੀ। ਇੱਕ ਵੇਸ਼ਿਆ ਨਾਲ ਐਸੀ ਪ੍ਰੀਤ ਪਈ, ਉਹਦੇ ਨਾਲ ਸ਼ਾਦੀ ਕਰਾ ਲਈ, 10 ਪੁੱਤਰਾਂ ਨੂੰ ਜਨਮ ਦਿੱਤਾ। ਸਭ ਤੋਂ ਛੋਟੇ ਦਾ ਨਾਮ ਰੱਖਿਆ ਨਾਰਾਇਣ। ਉਹਦੇ ਨਾਲ ਬੜਾ ਪਿਆਰ, ਉਹਦੇ ਨਾਲ ਬੜਾ ਸਨੇਹ, ਸੁਭਾਵਕ ਹੈ, ਛੋਟੀ ਸੰਤਾਨ ਨਾਲ ਜ਼ਿਆਦਾ ਸਨੇਹ ਹੋ ਜਾਂਦਾ। ਪ੍ਰਾਣਾਂ ਦੇ ਅੰਤਲੇ ਸਾਹਾਂ ਤੱਕ ਆ ਪਹੁੰਚਿਆ, ਉਹਨੂੰ ਨਾਰਾਇਣ ਨਾਰਾਇਣ ਕਹਿ ਕੇ ਬੁਲਾ ਰਿਹਾ ਹੈ। ਤੇ ਨਾਰਾਇਣ ਨਾਰਾਇਣ ਕਹਿੰਦਾ ਕਿ ਪਾਣੀ ਦੇ ਦੇ, ਪ੍ਰਾਣ ਨਿਕਲ ਗਏ ਤੇ ਨਾਰਾਇਣ ਕਹਿਣ ਕਰਕੇ ਮੁਕਤ ਹੋ ਗਿਆ। ਹੁਣ ਕੋਈ ਸੰਸਾ ਕਰੇ, ਸੰਦੇਹ ਕਰੇ ਕਿ ਜੇ ਮਰਨ ਸਮੇਂ ਆਪਣੇ ਪੁੱਤਰ ਨਾਰਾਇਣ ਨੂੰ ਯਾਦ ਕਰ ਰਿਹਾ ਸੀ ਤੇ ਮੁਕਤ ਕਿਵੇਂ ਹੋ ਗਿਆ? ਫਿਰ ਤਾਂ ਗੁਰਬਾਣੀ ਦੇ ਵਿੱਚ ਹੀ ਵਿਰੋਧ ਹੋ ਜਾਏਗਾ, ਕਿਉਂਕਿ ਸਾਹਿਬ ਜੀ ਨੇ ਕਿਹਾ ਜਿਹੜਾ ਅੰਤਕਾਲ ਸਮੇਂ ਆਪਣੇ ਪੁੱਤਰਾਂ ਨੂੰ ਸਿਮਰਦਾ ਹੈ ਉਹ ਤਾਂ ਮੁਕਤ ਹੁੰਦਾ ਹੀ ਨਹੀਂ, ਉਹ ਤਾਂ ਸੂਕਰ ਦੀ ਜੂਨ ਚ ਪੈਂਦਾ। ਇੱਥੇ ਅਜਾਮਲ ਆਪਣੇ ਪੁੱਤਰ ਦਾ ਚਿੰਤਨ ਕਰਕੇ ਕਿਵੇਂ ਮੁਕਤ ਹੋ ਗਿਆ? ਦਰਅਸਲ ਉਹ ਆਪਣੇ ਪੁੱਤਰ ਦਾ ਚਿੰਤਨ, ਆਵਾਜ਼ ਤਾਂ ਪੁੱਤਰ ਨੂੰ ਮਾਰੀ, ਪਰ ਉਸ ਨੂੰ ਆਵਾਜ਼ ਮਾਰਦਿਆਂ ਮਾਰਦਿਆਂ ਆਖਿਆ ਕਿ ਇਹ ਨਾਰਾਇਣ ਤਾਂ ਇੱਥੇ ਹੀ ਰਹਿ ਜਾਣਾ, ਹੁਣ ਉਸ ਨਾਰਾਇਣ ਨੂੰ ਚੇਤੇ ਕਰਾਂ ਜਿਸ ਨੇ ਅੱਗੇ ਤੱਕ ਨਾਲ ਜਾਣਾ ਹੈ। ਪੁੱਤਰ ਦਾ ਭਾਵ ਤਿਆਗ ਕੇ ਉਹ ਨਰਾਂ ਵਿੱਚ ਆਇਆ ਹੋਇਆ ਜਿਹੜਾ ਨਾਰਾਇਣ ਹੈ, ਅਕਾਲ ਪੁਰਖ ਪ੍ਰਮਾਤਮਾ। ਨਾਰਾਇਣ ਦਾ ਅਕਰੀ ਅਰਥ ਸੰਸਕ੍ਰਿਤ ਦਾ ਸ਼ਬਦ ਹੈ ਨਾਰ। ਸੰਸਕ੍ਰਿਤ ਵਿੱਚ ਨਾਰ ਕਹਿੰਦੇ ਨੇ ਪਾਣੀ ਨੂੰ, ਆਇਣ ਕਹਿੰਦੇ ਨੇ ਘਰ ਨੂੰ। ਪਾਣੀ ਵਿੱਚ ਜਿਸ ਦਾ ਨਿਵਾਸ ਹੈ, ਪਾਣੀ ਵਿੱਚ ਜਿਸ ਦਾ ਘਰ ਹੈ। ਸਾਡੇ ਦੇਸ਼ ਦੀ ਸੰਸਕ੍ਰਿਤੀ ਵਿੱਚ ਕੁਝ ਮਤਾਂ ਵਾਲੇ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਪਾਣੀ ਵਿੱਚ ਸ਼ੇਸ਼ਨਾਗ ਦੀ ਸੇਜਾ ਵਿਛਾਈ ਹੈ, ਭਗਵਾਨ ਉਹਦੇ ਤੇ ਲੇਟਿਆ ਹੋਇਆ। ਨਾਰਾਇਣ ਸ਼ਬਦ ਦਾ ਜਿਹੜਾ ਅਰਥ ਹੈ ਉਹ ਤਾਂ ਕੇਵਲ ਬਾਹਰੀ ਇੱਕ ਮੂਰਤੀ ਨੂੰ ਮੰਨ ਰਹੇ ਨੇ, ਸ਼ੇਸ਼ਨਾਗ ਦੀ ਸੇਜਾ ਤੇ ਬਿਰਾਜਮਾਨ, ਪਰ ਅਸਲ ਵਿੱਚ ਪਾਣੀ ਵਿੱਚ ਪ੍ਰਮਾਤਮਾ ਦਾ ਨਿਵਾਸ ਹੈ। ਜਿਸ ਥਾਂ ਤੇ ਪਾਣੀ ਹੈ ਉੱਥੇ ਹੀ ਜੀਵਨ ਹੈ। ਗ੍ਰਹਿ ਤਾਂ ਹੋਰ ਵੀ ਲੱਭ ਲਏ ਨੇ ਮਨੁੱਖਾਂ ਨੇ, ਚੰਦਰਮਾ ਤੱਕ ਜਾ ਪਹੁੰਚਿਆ, ਮੰਗਲ ਤੱਕ ਜਾ ਪਹੁੰਚਿਆ, ਪਰ ਜਿੱਥੇ ਪਾਣੀ ਨਹੀਂ ਉੱਥੇ ਜੀਵਨ ਨਹੀਂ ਹੈ। ਜੀਵਨ ਉੱਥੇ ਹੈ ਜਿੱਥੇ ਪਾਣੀ ਹੈ। ਇਸ ਕਰਕੇ ਪਾਣੀ ਜੀਵਨ ਤਾਂ ਹੈ ਕਿਉਂਕਿ ਪਾਣੀ ਵਿੱਚ ਪਰਮਾਤਮਾ ਦਾ ਨਿਵਾਸ ਹੈ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਇ। ਪਾਣੀ ਜਿਹੜਾ ਹੈ, ਜਲ ਜਿਹੜਾ ਹੈ, ਇਹ ਜੀਵਨ ਹੈ। ਨਾਰਾਇਣ ਦਾ ਅਖਰੀ ਅਰਥ ਇਹ ਵੀ ਕਰਦੇ ਨੇ। ਦੂਸਰਾ ਅਰਥ ਨਾਰਾਇਣ, ਜਿਹਦੇ ਵਿੱਚ ਅਵਿਦਿਆ ਦੀ ਰਾਤ ਨਹੀਂ ਹੈ। ਰਾਇਣ ਨਾਮ ਰਾਤ ਦਾ ਹੈ, ਅਵਿਦਿਆ ਤੇ ਅਗਿਆਨਤਾ ਦੀ ਰਾਤ ਨਹੀਂ ਹੈ। ਤੇ ਫਿਰ ਨਾਰਾਇਣ ਦਾ ਇੱਕ ਅਰਥ ਇਹ ਵੀ ਹੈ, ਸਾਡੀ ਸਾਹ ਰਗ ਨੂੰ ਨਾਰ ਕਹਿੰਦੇ ਨੇ। ਸਰੀਰ ਦਾ ਕੋਈ ਹੋਰ ਅੰਗ ਕੱਟਿਆ ਜਾਵੇ ਬੰਦਾ ਜੀਵਤ ਰਹਿੰਦਾ ਹੈ, ਪਰ ਜੇ ਕਿਤੇ ਗਰਦਨ ਦੀ ਇਹ ਸਾਹ ਰਗ ਨਾੜ ਕੱਟੀ ਜਾਵੇ ਜੀਵਨ ਨਹੀਂ ਹੋ ਸਕਦਾ। ਉਹ ਐਸਾ ਕਿਹਾ ਜਾਂਦਾ ਹੈ ਕਿ ਇਹ ਜਿਹੜੀ ਸਾਹ ਰਗ ਹੈ ਨਾਰ, ਪਰਮਾਤਮਾ ਇਹਦੇ ਵਿੱਚ ਨਿਵਾਸ ਰੱਖਦਾ ਹੈ। ਨਾਰ ਆਇਣ, ਇਸ ਨਾਰ ਦੇ ਵਿੱਚ ਉਹਦਾ ਨਿਵਾਸ ਹੈ, ਕਿਉਂਕਿ ਸਾਹ ਰਗ ਕੱਟੀ ਗਈ ਚੇਤਨਤਾ ਨਿਕਲ ਜਾਂਦੀ ਹੈ। ਸਾਹਾਂ ਵਿੱਚ ਜਿਹੜੀ ਚੇਤਨਤਾ ਹੈ ਉਸ ਵਾਹਿਗੁਰੂ ਪਰਮਾਤਮਾ ਦੀ, ਅਕਾਲ ਪੁਰਖ ਦੀ ਹੈ। ਐਸੇ ਨਾਰਾਇਣ ਦਾ ਜਾਪ ਕਰਦਿਆਂ ਕਰਦਿਆਂ ਅਜਾਮਲ ਵੀ ਉਧਰ ਗਿਆ। ਮੇਰੇ ਠਾਕੁਰ ਕੈ ਮਨ ਭਾਏ ਭਾਵਨੀ, ਜਮ ਕੰਕਰ ਮਾਰ ਬਿਦਾਰੇ।
कहते मेरे ठाकुर नूं, मेरे प्रभु नूं अजामल दे अंदर जिहड़ी परमात्मा प्रति भावना सी वो चंगी लगी। उहदे मन नूं अजामल दे अंदर दी भावना प्यारी लगी कि जिहड़ी भावना उन्हें परमात्मा प्रति जगा लई, वो भावना उन्हें प्यारी लगी। ते फिर अकाल पुरख ने दया करके जिहड़े जम कंकर सन अजामल नूं पकड़न वाले, उन्हां जम कंकरां नूं मार के बिदारे दूर कर दिता। अजामल ते जम्मा दा जोर नहीं पैण दिता। फिर अगे कहते मानुख कथै कथ लोक सुनावै, जो बोले सो ना विचार। ये मेरे वर्गे कथाकारां वास्ते गुरु रामदास जी बचन उचार रहे ने। जिहड़े व्याख्याकार ने, बुलारे ने, कहते भाई लोकां नूं कथा कर करके सुणाउंदे जे, बड़ियां बड़ियां ज्ञान दियां डूंघियां बातां सुणाउंदे जे, पर जो बोलदे हो ओहदी विचार आप नहीं करते अपने अंदर। आप उस विचार के अनुसार अपने जीवन नूं नहीं ढालदे। होर थां ते बचन करदे सास्त वेद बकै खड़ो भाई, कर्म करहो संसारी। सज्जणा खलो खलो के बड़े बड़े शास्त्र, बड़े बड़े वेदां दा ज्ञान लोकां नूं सुणाउणा, पर आप तू कर्म संसारी करदा, व्यभिचारी करदा। ते फिर इहो जे बुलारियां दे बोले हुए बोलां दा किन्ना क प्रभाव पवेगा किसे ते। बुलारा होवे जिसदा अपना भी जीवन होवे, जो बोलदा है उन्हां बोले हुए बचनां नूं आप भी विचार धारण करके उहदे मुताबक चलदा है। ते जिहड़ा केवल दूसरियां नूं उपदेश दिंदा ते आप उस उपदेश की कमाई नहीं करता, उन्हां बाबत गुरु कलगीधर पातशाह बचन करते हैं। औरन कह उपदेशत है पास, तोहे प्रबोध ना लागे। वो पशुआ, वो जानवर होरनां नूं ज्ञान का उपदेश सुणाउणा कि वो ज्ञान तेरे वास्ते नहीं है, कि वो ज्ञान तू अपने अंदर धारण नहीं करना। अन्ना सी नेत्रा तो, हथ विच लालटन फड़ी, रात का समा, कहता चलो मेरियां अखां नहीं, बाहर नूं चलां। ये लालटन वेख के घटो घट दूजे नूं तां पता लग जाएगा कि कोई व्यक्ति आ रहा है। इतने नूं एक होर व्यक्ति लालटन उन्हें भी हथ विच फड़ी हुई आए ते आपस में रस्ते च टक्कर हो गई आमो सामने। जदों आमो सामने टक्कर हो गई, एक अन्ना बोलिया, कहता भी सजना मैं तो अन्ना हाँ, वेख नहीं सकता, पर यह लालटन फड़ी हुई सी, घटो घट तू तो वेख लेंदा। वो कहता सजना मैं भी अन्ना ते लालटन मैं भी फड़ी हुई है, तू वेख लेंदा। क्योंकि अन्ना मैं भी हाँ, लालटन मैं भी फड़ी हुई है। तकरीबन असी भी लालटन दूजियां नूं चानना देण वास्ते पकड़ी हुई है। जिस भक्ति अंदर कोई ज्ञान है, वो चाहता है कि ज्ञान मैं दूजियां नूं सुणावां, पर उहदा फर्ज बनता है कि उस ज्ञान नूं पहला आप भी अपने स्वै जीवन अंदर धारण करे। महाराज जी कहते सज्जणा लोकां नूं तां सुणाउणा, पर आप उन्हां बोले हुए बोलां दी विचार नहीं करदा। ये गल साडे वास्ते केवल वक्तियां लई नहीं है, तकरीबन हर एक उस व्यक्ति लई है जिहड़ा दूजियां नूं तां कह रहा भी आह काम करया करो, आह काम करया करो, पर आप उस काम दा धारनी नहीं है। दूजियां नूं कहदा भजन करया करो, नाम जपया करो, पर आप भजन तो नाम विहूणा है। ते कहंदे भाई जो दूसरियां नूं बोल के सुणाउणा, वो अपने वास्ते भी वह विचार करके अपने जीवन में धारण कर। सत संगत मिले तां दृढ़ता आवे, हर राम नाम निस्तारे। सत संगत में जाके मिलेगा ते तेरे अंदर दृढ़ता आवेगी। दृढ़ता आ जिहड़ी मन की डावां डोलता है ना, ये सत संगत में आके सहजे सहजे खत्म हो जाती है।
सत संगत करदियां करदियां हिरदा दृढ़ होण लग पैंदा है, विश्वासी बन जाता है अपने मालक का, विश्वासी बन जाता है अकाल पुरख का। परमेश्वर प्रति इस हिरदे विच पूर्ण तौर ते शरधा ते विश्वास ते भावना जागण लग पैंदी है। सत संगत करनी इसे करके अति जरूरी है कि सत संगत विच आके हिरदे की दृढ़ता आउंदी है और हरि दा जो राम दा नाम है, हे भाई उसे ने तेनू इस भव सागर तो तारना है। नाम तो बिना तेरा उधार नहीं होना। जिन्ने मर्जी कर्म कांड करी चल, पर नाल नाम जपना भी जरूरी है। नाम जपना नाल कर्म भी भले करने हैं, दोने काम नाल नाल होने चाहिए हैं, तां तेरी मुक्ति हो सकती है, तां तेरी कल्याण हो सकती है। धन श्री गुरु रामदास सोढ़ी सुल्तान सच्चे पातशाह इन्हां पावन बंदां विच 3 बंद इत्थे तक समाप्त होए ने। 8 पदे ने सारे शब्द दे। समाधक नहीं सो दास दियां इतनियां को हाजरियां, इतनियां को बेनतियां प्रवान कर लैणियां। कोटान कोट शुक्र है धन धन श्री गुरु हरकृष्ण साहब सच्चे पातशाह दा, जिन्हां ने किरपा करके अपने पावन दरबार विच हाजरी भरवाई है। दास ने जदों सब तो पहली बार महाराज जी के चरणों में कथा की हाजरी भरी सी, उदों गुरुदेव धन गुरु हरकृष्ण साहब ने पंजोखरा साहब की पवित्र धरती ते सेवा लई सी। उत्थे 8वें पातशाह ने आप किरपा करके अपने दरबार दे विच बोलण की जांच दसी सी ते धन गुरु हरकृष्ण साहब जी महाराज जी के इस पावन दरबार विच हाजरी भरन का फुरना सी। गुरुदेव ने फुरना पूरा किया। सतगुरां दा शुक्र है, कोटान कोट शुक्र है धन गुरु ग्रंथ साहब जी का, आप सारियां संगतां दा कि जिन्हां ने बड़े प्यार नाल सत्कार नाल बैठ के विचारां सरवण कीतियां हन। सब संगतां दा धन्नवाद, क्योंकि सुनना बड़ा औखा हुंदा है, बोलना सौखा है पर सुनना औखा है। बड़े प्यार नाल बह के तुसीं विचारां सरवण करदे हो, धन्नवाद है। गुरुद्वारा श्री बंगला साहब की जो प्रबंधक कमेटी है, सब का धन्नवाद। प्रधान साहब का धन्नवाद। उचेचे तौर पर विशेष तौर पर सिंह साहब ज्ञानी रणजीत सिंह जी का धन्नवाद है। और मेरे वड्डे वीर भाई साहब भाई परमजीत सिंह जी राणा जी, उन्हों का भी धन्नवाद। सारिया संगतां का धन्नवाद। इतनियां बेनतियां प्रवान करनियां। फतेह बुलाओ। वाहिगुरू जी का खालसा, वाहिगुरू जी की फतेह।